ਮੈਂ ਸ਼ੁਰੂ ਤੋਂ ਹੀ ਬਹੁਤ ਸੋਹਣੀ ਸੀ ਤੇ ਮੈਨੂੰ ਆਪਣੇ ਸੋਹਣੇ ਹੋਣ ਦਾ ਬਹੁਤ ਮਾਣ ਸੀ। ਮੈਂ ਆਪਣੇ ਪਿੰਡ ਵਿੱਚ ਵੀ 2-3 ਮੁੰਡਿਆਂ ਨਾਲ ਫਰੈਂਡਸ਼ਿਪ ਕਰ ਲਈ ਸੀ ਕਿਉਂਕਿ ਮੈਂ ਇੰਨੀ ਜ਼ਿਆਦਾ ਸੋਹਣੀ ਸੀ ਕਿ ਹਰ ਇੱਕ ਮੁੰਡਾ ਮੇਰੇ ਤੇ ਮਰਦਾ ਸੀ। ਮੈਂ ਉਹਨਾਂ ਸਾਰਿਆਂ ਮੁੰਡਿਆਂ ਨੂੰ ਆਪਣੇ ਝੂਠੇ ਪਿਆਰ ਵਿੱਚ ਫਸਾ ਲੈਂਦੀ ਸੀ ਤੇ ਉਹਨਾਂ ਤੋਂ ਪੈਸੇ ਲੈਂਦੀ ਸੀ। ਜਦੋਂ ਮੇਰਾ ਆਪਣਾ ਮਤਲਬ ਨਿਕਲ ਜਾਂਦਾ ਸੀ ਤਾਂ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਦਫਾ ਕਰ ਦਿੰਦੀ ਸੀ। ਪਰ ਇੱਕ ਦਿਨ ਮੇਰਾ ਵਿਆਹ ਹੋਣ ਵਾਲਾ ਸੀ ਤੇ ਮੇਰੇ ਸਾਰੇ ਆਸ਼ਿਕ ਮੇਰੇ ਵਿਆਹ ਵਿੱਚ ਇਕੱਠੇ ਹੋ ਗਏ, ਜਿਹਦੀ ਵਜ੍ਹਾ ਕਰਕੇ ਮੇਰਾ ਵਿਆਹ ਵੀ ਟੁੱਟ ਗਿਆ। ਮੇਰੇ ਪਾਪਾ ਨੇ ਆਪਣੀ ਇੱਜ਼ਤ ਬਚਾਉਣ ਲਈ ਇੱਕ ਅਣਜਾਣ ਬੰਦੇ ਨਾਲ ਮੇਰਾ ਵਿਆਹ ਕਰ ਦਿੱਤਾ, ਜਿਹਨੂੰ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਬਲਕਿ ਉਹ ਮੇਰਾ ਨਾਮ ਜੋਤੀ ਆ। ਮੈਂ ਇੱਕ ਬਹੁਤ ਗਰੀਬ ਘਰ ਤੋਂ ਸੀ। ਮੇਰੇ ਪਾਪਾ ਮਾਲੀ ਸੀ ਤੇ ਮੇਰੀ ਮੰਮੀ ਸਿਲਾਈ ਕਢਾਈ ਦਾ ਕੰਮ ਕਰਦੀ ਸੀ। ਅਸੀਂ 3 ਭੈਣਾਂ ਸੀ ਤੇ ਮੈਂ ਦੂਜੇ ਨੰਬਰ ਵਾਲੀ ਸੀ। ਸਾਨੂੰ ਆਪਣੇ ਘਰ ਵਿੱਚ 2 ਟਾਈਮ ਦੀ ਰੋਟੀ ਬਹੁਤ ਮੁਸ਼ਕਿਲ ਨਾਲ ਮਿਲਦੀ ਸੀ। ਮੈਨੂੰ ਆਪਣੀ ਗਰੀਬੀ ਤੋਂ ਬਹੁਤ ਨਫ਼ਰਤ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਅਮੀਰ ਹੋਵਾਂ ਤੇ ਐਸ਼ ਦੀ ਜ਼ਿੰਦਗੀ ਜੀਵਾਂ। ਮੈਂ ਰੱਬ ਤੋਂ ਹਮੇਸ਼ਾ ਇਹ ਸ਼ਿਕਾਇਤ ਕਰਦੀ ਸੀ ਕਿ ਮੈਨੂੰ ਗਰੀਬ ਘਰ ਜਨਮ ਕਿਉਂ ਦਿੱਤਾ, ਕਿਉਂਕਿ ਮੈਂ ਐਦਾਂ ਦੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀ। ਮੇਰੇ ਸੁਪਨੇ ਬਹੁਤ ਵੱਡੇ ਸੀ। ਮੈਂ ਹਰ ਇੱਕ ਨੂੰ ਆਪਣੇ ਥੱਲੇ ਲਾ ਕੇ ਰੱਖਣਾ ਚਾਹੁੰਦੀ ਸੀ, ਆਪਣੇ ਹੁਸਨ ਦੇ دیਵਾਨੇ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਹੈ ਹੀ ਇੰਨੀ ਸੋਹਣੀ ਸੀ। ਮੇਰੀ ਤਾਂ ਨਾਨੀ ਵੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਜੋਤੀ ਤੈਨੂੰ ਤਾਂ ਕਿਸੇ ਅਮੀਰ ਘਰ ਵਿੱਚ ਜਨਮ ਲੈਣਾ ਚਾਹੀਦਾ ਸੀ। ਮੈਂ ਆਪਣੇ ਘਰ ਵਿੱਚ ਸਾਰਿਆਂ ਦੀ ਲਾਡਲੀ ਸੀ। ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਹਰ ਇੱਕ ਮੁੰਡਾ ਮੇਰੇ ਨਾਲ ਵਿਆਹ ਕਰਾਉਣ ਨੂੰ ਬੇਤਾਬ ਸੀ। ਹਰ ਕੋਈ ਮੇਰੇ ਨਾਲ ਵਿਆਹ ਕਰਵਾਉਣ ਦਾ ਸੁਪਨਾ ਦੇਖਦਾ ਸੀ। ਮੇਰੀਆਂ ਸਹੇਲੀਆਂ ਵੀ ਮੇਰੀ ਬਹੁਤ ਤਾਰੀਫ ਕਰਦੀਆਂ ਹੁੰਦੀਆਂ ਸੀ ਕਿ ਜੋਤੀ ਤੂੰ ਇੰਨੀ ਸੋਹਣੀ ਆ, ਤੂੰ ਤਾਂ ਸਾਰੇ ਮੁੰਡਿਆਂ ਨੂੰ ਪਿੱਛੇ ਲਾਈ ਫਿਰਦੀ ਆ। ਮੈਂ ਮਾੜੇ ਮੋਟੇ ਬੰਦੇ ਨੂੰ ਵੀ ਦੇਖਣਾ ਪਸੰਦ ਨਹੀਂ ਸੀ ਕਰਦੀ। ਮੈਂ ਆਪਣੇ ਘਰ ਵਿੱਚ ਸਭ ਤੋਂ ਅਲੱਗ ਸੀ ਤੇ ਕਿਸੇ ਨਾਲ ਵੀ ਮੇਰੀ ਸੋਚ ਨਹੀਂ ਸੀ ਮਿਲਦੀ। ਮੈਂ ਆਪਣੀਆਂ ਸਹੇਲੀਆਂ ਦੇ ਨਾਲ ਪੜ੍ਹਨ ਦੇ ਬਹਾਨੇ ਘਰ ਤੋਂ ਪਤਾ ਨਹੀਂ ਕਿੰਨੇ ਘੰਟੇ ਬਾਹਰ ਰਹਿੰਦੀ। ਮੈਂ ਸਕੂਲ ਵਿੱਚ ਗਰੀਬ ਕੁੜੀਆਂ ਦੇ ਮੂੰਹ ਨਹੀਂ ਸੀ ਲੱਗਦੀ। ਹਮੇਸ਼ਾ ਅਮੀਰ ਤੇ ਸੋਹਣੀਆਂ ਕੁੜੀਆਂ ਨਾਲ ਹੀ ਦੋਸਤੀ ਕਰਦੀ ਸੀ। ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਸੀ। ਉਹਨਾਂ ਦੀ ਤਰ੍ਹਾਂ ਉੱਠਣ ਬੈਠਣ ਦੀ ਕੋਸ਼ਿਸ਼ ਕਰਦੀ। ਜਦੋਂ ਵੀ ਮੈਂ ਆਪਣੀਆਂ ਅਮੀਰ ਸਹੇਲੀਆਂ ਨੂੰ ਦੇਖਦੀ, ਮੈਂ ਇਹੀ ਸੋਚਦੀ ਹੁੰਦੀ ਸੀ ਕਿ ਕਾਸ਼ ਕਿਤੇ ਮੈਂ ਵੀ ਅਮੀਰ ਹੁੰਦੀ, ਮੇਰੇ ਕੋਲ ਵੀ ਬਹੁਤ ਸਾਰਾ ਪੈਸਾ ਹੁੰਦਾ, ਫਿਰ ਮੈਂ ਵੀ ਸੋਹਣੀਆਂ ਡਰੈਸਾਂ ਪਾਉਂਦੀ ਤੇ ਵੱਡੀਆਂ ਗੱਡੀਆਂ ਵਿੱਚ ਘੁੰਮਦੀ। ਮੇਰੇ ਅੱਗੇ ਪਿੱਛੇ ਨੌਕਰਾਂ ਦੀ ਲਾਈਨ ਲੱਗੀ ਹੁੰਦੀ। ਮੇਰੇ ਦਿਮਾਗ ਵਿੱਚ ਦਿਨ ਰਾਤ ਬਸ ਇਹੀ ਖਿਆਲ ਆਉਂਦੇ ਰਹਿੰਦੇ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਰਾਤੋਂ ਰਾਤ ਅਮੀਰ ਬਣ ਜਾਵਾਂ। ਇੱਕ ਦਿਨ ਤਾਂ ਮੈਂ ਆਪਣੀ ਗਰੀਬੀ ਤੋਂ ਤੰਗ ਆ ਕੇ ਦੁਕਾਨ ਵਾਲੇ ਮੁੰਡੇ ਨਾਲ ਵੀ ਫਰੈਂਡਸ਼ਿਪ ਕਰ ਲਈ ਸੀ। ਉਹਦਾ ਇੱਕ ਫਾਇਦਾ ਸੀ ਕਿ ਮੈਂ ਉਹਦੀ ਦੁਕਾਨ ਤੋਂ ਫ੍ਰੀ ਸਮਾਨ ਲੈ ਲੈਂਦੀ ਸੀ। ਮੈਂ ਫਿਰ ਹੌਲੀ ਆਂਢ ਗੁਆਂਢ ਤੇ ਸਕੂਲ ਵਿੱਚ ਵੀ ਕਈ ਮੁੰਡਿਆਂ ਨੂੰ ਆਪਣੇ ਇਸ਼ਕ ਦੇ ਜਾਲ ਵਿੱਚ ਫਸਾ ਲਿਆ ਸੀ। ਮੈਂ ਉਹਨਾਂ ਮੁੰਡਿਆਂ ਦੇ ਨਾਲ ਕਿੰਨਾ ਟਾਈਮ ਬਾਹਰ ਰਹਿੰਦੀ ਸੀ। ਇੱਕ ਕਰਕੇ ਉਹਨਾਂ ਸਾਰਿਆਂ ਨਾਲ ਟਾਈਮ ਸਪੈਂਡ ਕਰਦੀ ਸੀ। ਉਹਨਾਂ ਤੋਂ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰਵਾਉਂਦੀ ਸੀ। ਉਹ ਮੁੰਡੇ ਮੈਨੂੰ ਜਿਹੜੇ ਵੀ ਗਿਫਟ ਦਿੰਦੇ ਸੀ ਉਹ ਮੈਂ ਆਪਣੇ ਘਰਦਿਆਂ ਤੋਂ ਲੁਕਾ ਕੇ ਰੱਖਦੀ ਸੀ। ਮੇਰੇ ਘਰ ਵਿੱਚ ਮੇਰੀਆਂ ਭੈਣਾਂ ਇੱਕ ਚੀਜ਼ ਨੂੰ ਬਹੁਤ ਤਰਸ ਕੇ ਖਾਂਦੀਆਂ ਸੀ ਤੇ ਦੂਜੇ ਪਾਸੇ ਮੈਂ ਆਪਣੇ ਬॉयਫ੍ਰੈਂਡਾਂ ਦੇ ਨਾਲ ਬਹੁਤ ਮਸਤੀ ਕਰਦੀ ਸੀ ਤੇ ਹਰ ਰੋਜ਼ ਪੀਜ਼ਾ, ਬਰਗਰ, ਨਿਊਡਲ, ਆਈਸਕ੍ਰੀਮ ਦੇ ਮਜ਼ੇ ਚੱਕਦੀ ਤੇ ਆਪਣਾ ਮਤਲਬ ਕੱਢ ਕੇ ਮੈਂ ਉਹਨਾਂ ਨੂੰ ਆਪਣੀ ਲਾਈਫ 'ਚੋਂ ਗੈਟ ਆਊਟ ਕਰ ਦਿੰਦੀ ਸੀ। ਪੁਰਾਣੇ ਮੁੰਡਿਆਂ ਨੂੰ ਛੱਡ ਕੇ ਨਵਿਆਂ ਨਾਲ ਯਾਰੀ ਪਾ ਲੈਂਦੀ। ਪਰ ਇੱਕ ਮੁੰਡੇ ਨੂੰ ਮੇਰੇ ਨਾਲ ਸੱਚਾ ਪਿਆਰ ਹੋ ਗਿਆ। ਉਹ ਮੇਰੇ ਪਿਆਰ ਵਿੱਚ ਪਾਗਲ ਹੋ ਗਿਆ ਸੀ। ਉਹ ਰੋ ਆਪਣੇ ਪਿਆਰ ਦੀ ਭੀਖ ਮੰਗਦਾ ਪਿਆ ਸੀ ਕਿ ਜੋਤੀ ਮੈਂ ਤੈਨੂੰ ਸੱਚਾ ਪਿਆਰ ਕਰਦਾ, ਪਲੀਜ਼ ਤੂੰ ਮੈਨੂੰ ਇਸ ਤਰ੍ਹਾਂ ਛੱਡ ਕੇ ਨਾ ਜਾ, ਮੈਂ ਤੇਰੇ ਬਿਨਾਂ ਮਰ ਜਾਊਂਗਾ। ਪਰ ਮੈਂ ਉਹ ਮੁੰਡੇ ਦੀ ਇੱਕ ਨਾ ਸੁਣੀ, ਉਹਨੂੰ ਆਪਣੀ ਲਾਈਫ 'ਚੋਂ ਬੇਦਖਲ ਕਰ ਦਿੱਤਾ। ਹਾਂ, ਬਾਕੀ ਜੇ ਉਹ ਮੁੰਡਾ ਅਮੀਰ ਹੁੰਦਾ
ਤਾਂ ਸ਼ਾਇਦ ਮੈਂ ਉਹਦੇ ਬਾਰੇ ਸੋਚ ਲੈਂਦੀ। ਪਰ ਅਮੀਰ ਤਾਂ ਹੈਗਾ ਸੀ, ਪਰ ਉਹ ਇੰਨਾ ਜ਼ਿਆਦਾ ਅਮੀਰ ਨਹੀਂ ਸੀ। ਬਸ ਉਹਦੀ ਥੋੜ੍ਹੀ ਜਿਹੀ ਜ਼ਮੀਨ ਸੀ। ਉਹ ਇੱਥੇ ਆਪਣੀ ਭੈਣ ਕੋਲ ਆਇਆ ਹੋਇਆ ਸੀ ਅਤੇ ਮੈਂ ਤਾਂ ਕੋਈ ਐਦਾਂ ਦਾ ਅਮੀਰ ਬੰਦਾ ਭਾਲਦੀ ਸੀ ਜਿਹੜਾ ਬਿਜ਼ਨਸਮੈਨ ਹੋਵੇ। ਇਸ ਕਰਕੇ ਮੈਂ ਚਾਹੁੰਦੀ ਸੀ ਕਿ ਉਹ 2 ਟਕੇ ਦੇ ਮੁੰਡੇ ਤੋਂ ਮੇਰਾ ਪਿੱਛਾ ਛੁੱਟ ਜਾਵੇ। ਇੱਕ ਦਿਨ ਉਹ ਫਿਰ ਮੈਨੂੰ ਮਿਲਣ ਆਇਆ ਅਤੇ ਮੈਂ ਸੱਚੇ ਪਿਆਰ ਦੇ ਰੋਣੇ ਰੋਣ ਲੱਗ ਪਿਆ। ਮੈਨੂੰ ਉਹਦੇ 'ਤੇ ਕੋਈ ਤਰਸ ਨਹੀਂ ਆਉਂਦਾ ਸੀ। ਮੈਨੂੰ ਤਾਂ ਸਿਰਫ ਪੈਸਾ ਚਾਹੀਦਾ ਸੀ ਅਤੇ ਪੈਸੇ ਲਈ ਮੈਂ ਕੁਝ ਵੀ ਕਰ ਸਕਦੀ ਸੀ। ਇਸ ਕਰਕੇ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਅੱਜ ਤੋਂ ਬਾਅਦ ਤੂੰ ਮੇਰੇ ਪਿੱਛੇ ਆਇਆ, ਮੈਂ ਰੌਲਾ ਪਾ ਦੇਣਾ ਕਿ ਤੂੰ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਉਸ ਵੇਲੇ ਮੈਂ 10th ਕਲਾਸ ਵਿੱਚ ਸੀ। ਉਸ ਤੋਂ ਬਾਅਦ ਉਹ ਮੁੰਡਾ ਮੈਨੂੰ ਕਦੇ ਦਿਖਾਈ ਨਹੀਂ ਦਿੱਤਾ। ਮੈਨੂੰ ਵੀ ਸੁੱਖ ਦਾ ਸਾਹ ਆ ਗਿਆ ਸੀ ਕਿ ਸ਼ੁਕਰ ਆ ਉਹ ਮੁੰਡੇ ਤੋਂ ਮੇਰਾ ਪਿੱਛਾ ਛੁੱਟ ਗਿਆ। 10ਵੀਂ ਪਾਸ ਕਰਨ ਤੋਂ ਬਾਅਦ ਮੈਂ ਜਿੱਦ ਕੀਤੀ ਕਿ ਮੈਂ ਕਾਲਜ ਲੱਗਣਾ, ਪਰ ਮੇਰੇ ਘਰ ਦੇ ਹਾਲਾਤ ਇੰਨੇ ਚੰਗੇ ਨਹੀਂ ਸੀ ਕਿ ਮੈਂ ਅੱਗੇ ਪੜ੍ਹ ਸਕਾਂ। ਇਸ ਕਰਕੇ ਪਹਿਲਾਂ ਤਾਂ ਮੇਰੇ ਘਰ ਦੇ ਨਹੀਂ ਮੰਨੇ, ਫਿਰ ਮੇਰੇ ਜਿੱਦ ਕਰਨ 'ਤੇ ਉਹਨਾਂ ਨੇ ਮੇਰਾ ਐਡਮਿਸ਼ਨ ਕਰਵਾ ਦਿੱਤਾ। ਹੁਣ ਤਾਂ ਮੈਨੂੰ ਹੋਰ ਵੀ ਵਧੀਆ ਤਰੀਕਾ ਮਿਲ ਗਿਆ ਸੀ ਕਿ ਕਿੱਦਾਂ ਮੈਂ ਕਾਲਜ ਦੇ ਬਹਾਨੇ ਬਾਹਰ ਜਾ ਕੇ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਵਸੂਲ ਕਰਨੇ ਆ। ਮੇਰੀਆਂ ਸਾਰੀਆਂ ਸਹੇਲੀਆਂ ਵੀ ਇੱਦਾਂ ਹੀ ਕਰਦੀਆਂ ਸੀ। ਉਹ ਵੀ ਮੁੰਡਿਆਂ ਨੂੰ ਆਪਣੇ ਪਿਆਰ ਵਿੱਚ ਪਾ ਕੇ ਉਹਨਾਂ ਤੋਂ ਪੈਸੇ ਲੈਂਦੀਆਂ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਦਫਾ ਕਰ ਦਿੰਦੀਆਂ ਸੀ। ਮੈਨੂੰ ਵੀ ਇੱਕ ਬਹੁਤ ਅਮੀਰ ਮੁੰਡੇ ਦੀ ਭਾਲ ਸੀ। ਫਿਰ ਇਹ ਮੌਕਾ ਰੱਬ ਨੇ ਮੈਨੂੰ ਛੇਤੀ ਹੀ ਦੇ ਦਿੱਤਾ। ਇੱਕ ਦਿਨ ਮੈਂ ਕਾਲਜ 'ਚੋਂ ਘਰ ਆਈ ਤਾਂ ਮੇਰੀ ਛੋਟੀ ਭੈਣ ਨੇ ਮੈਨੂੰ ਦੱਸਿਆ ਕਿ ਆਪਣੇ ਨਾਲ ਵਾਲਾ ਘਰ ਕਿਸੇ ਮੁੰਡੇ ਨੇ ਖਰੀਦ ਲਿਆ ਵਾ ਅਤੇ ਉਹ ਹੁਣ ਇਸ ਘਰ ਵਿੱਚ ਰਹੂਗਾ। ਮੁੰਡਾ ਦੇਖਣ ਨੂੰ ਬਹੁਤ ਸੋਹਣਾ ਅਤੇ ਪਰਸਨੈਲਿਟੀ ਵੀ ਬਹੁਤ ਆ। ਦੇਖਣ ਨੂੰ ਤਾਂ ਲੱਗਦਾ ਬਹੁਤ ਅਮੀਰ ਪਰਿਵਾਰ ਤੋਂ ਆ। ਮੈਂ ਆਪਣੀ ਭੈਣ ਦੀ ਗੱਲ ਬਹੁਤ ਗੌਰ ਨਾਲ ਸੁਣਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਅਮੀਰ ਆ, ਮੇਰੇ ਦਿਲ ਨੂੰ ਬਹੁਤ ਖੁਸ਼ੀ ਹੋਈ ਕਿ ਇੱਕ ਅਮੀਰ ਸ਼ਿਕਾਰ ਫਿਰ ਆ ਗਿਆ ਮੇਰੇ ਹੱਥ। ਸ਼ਾਮ ਨੂੰ ਮੈਂ ਮੌਕਾ ਦੇਖਿਆ ਕੋਠੇ 'ਤੇ ਚਲੀ ਗਈ। ਉਹ ਮੁੰਡਾ ਵੀ ਕੋਠੇ 'ਤੇ ਹੀ ਸੀ। ਉਹ ਸੱਚ ਵਿੱਚ ਬਹੁਤ ਹੈਂਡਸਮ ਸੀ। ਮੈਂ ਕਿੰਨਾ ਟਾਈਮ ਉਹਨੂੰ ਦੇਖਦੀ ਰਹੀ। ਜਦੋਂ ਉਹ ਮੁੰਡੇ ਨੇ ਮੇਰੇ ਵੱਲ ਦੇਖਿਆ ਤਾਂ ਮੈਂ ਜਲਦੀ ਨਾਲ ਮੂੰਹ ਘੁਮਾ ਲਿਆ, ਥੱਲੇ ਆ ਗਈ। ਫਿਰ ਮੇਰੇ ਦਿਮਾਗ ਵਿੱਚ ਇੱਕ ਪਲਾਨ ਆਇਆ ਕਿ ਮੈਂ ਸੋਚਿਆ ਕਿ ਜੇ ਇਹ ਮੁੰਡਾ ਪੈਸੇ ਵਾਲਾ ਹੋਇਆ ਤਾਂ ਮੈਂ ਇਹ ਮੁੰਡੇ ਨੂੰ ਆਪਣੇ ਪਿਆਰ ਵਿੱਚ ਪਾ ਕੇ ਇਹਦੇ ਨਾਲ ਵਿਆਹ ਕਰਵਾ ਲੂੰਗੀ। ਮੇਰੇ ਸੁਣਨ ਵਿੱਚ ਆਇਆ ਕਿ ਉਹ ਬਹੁਤ ਪੈਸੇ ਵਾਲਾ, ਬਹੁਤ ਵੱਡੀ ਕੰਪਨੀ ਵਿੱਚ ਕੰਮ ਕਰਦਾ। ਮੈਂ ਪੂਰਾ ਪਲਾਨ ਪਹਿਲਾਂ ਹੀ ਬਣਾ ਲਿਆ ਸੀ ਕਿ ਇਹ ਮੁੰਡੇ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਇਹਦੇ ਨਾਲ ਵਿਆਹ ਕਰਵਾ ਲੈਣਾ। ਮੈਂ ਰੋਜ਼ ਕਿਸੇ ਨਾ ਕਿਸੇ ਬਹਾਨੇ ਕੋਠੇ 'ਤੇ ਜਾਣ ਲੱਗੀ। ਮੈਂ ਮਹਿਸੂਸ ਕੀਤਾ ਉਹ ਵੀ ਮੈਨੂੰ ਦੇਖਦਾ। ਮੈਂ ਉਹਨੂੰ ਦੇਖ ਕੇ ਹੱਸ ਪੈਂਦੀ ਅਤੇ ਉਹ ਵੀ ਮੈਨੂੰ ਦੇਖ ਕੇ ਹੱਸ ਪੈਂਦਾ। ਇੱਕ ਦਿਨ ਮੈਂ ਕੋਠੇ 'ਤੇ ਗਈ, ਉਹ ਮੁੰਡਾ ਵੀ ਉੱਥੇ ਹੀ ਸੀ। ਐਦਾਂ ਲੱਗਦਾ ਸੀ ਜਿੱਦਾਂ ਉਹ ਮੇਰੀ ਵੇਟ ਕਰਦਾ ਸੀ। ਪਹਿਲਾਂ ਤਾਂ ਅਸੀਂ ਕਿੰਨਾ ਟਾਈਮ ਇੱਕ ਦੂਜੇ ਨੂੰ ਦੇਖਦੇ ਰਹੇ। ਫਿਰ ਮੈਂ ਦੇਖਿਆ ਉਹਨੇ ਮੇਰੇ ਵੱਲ ਇੱਕ ਪਰਚੀ ਸੁੱਟੀ। ਪਰਚੀ ਸੁੱਟ ਕੇ ਉਹ ਥੱਲੇ ਚਲਾ ਗਿਆ। ਉਹਦੇ ਜਾਣ ਤੋਂ ਬਾਅਦ ਮੈਂ ਜਲਦੀ ਨਾਲ ਪਰਚੀ ਚੁੱਕੀ। ਉਹਦੇ ਵਿੱਚ ਉਹਦਾ ਨੰਬਰ ਲਿਖਿਆ ਹੋਇਆ ਸੀ। ਫਿਰ ਮੈਂ ਜਲਦੀ ਨਾਲ ਭੱਜ ਕੇ ਥੱਲੇ ਗਈ। ਮੈਨੂੰ ਡਰ ਸੀ ਕਿ ਮੈਨੂੰ ਕਿਤੇ ਕੋਈ ਦੇਖ ਨਾ ਲਵੇ। ਸੱਚ ਦੱਸਾਂ ਤਾਂ ਮੈਂ ਪਹਿਲਾਂ ਕਦੇ ਵੀ ਕਿਸੇ ਮੁੰਡੇ ਦੇ ਨਾਲ ਫ਼ੋਨ 'ਤੇ ਗੱਲ ਨਹੀਂ ਸੀ ਕੀਤੀ ਅਤੇ ਨਾ ਹੀ ਮੇਰੇ ਕੋਲ ਮੇਰਾ ਪਰਸਨਲ ਫ਼ੋਨ ਸੀ। ਮੈਂ ਡਰਦੀ ਨੇ ਆਪਣੀ ਮੰਮੀ ਨੂੰ ਕਿਹਾ, ਮੰਮੀ ਥੋੜ੍ਹੇ ਟਾਈਮ ਲਈ ਤੁਸੀਂ ਮੈਨੂੰ ਆਪਣਾ ਫ਼ੋਨ ਦੇ ਦਿਓ, ਮੈਂ ਆਪਣੀ ਸਹੇਲੀ ਨਾਲ ਗੱਲ ਕਰਨੀ ਆ। ਮੈਂ ਮੰਮੀ ਵਾਲਾ ਫ਼ੋਨ ਲੈ ਕੇ ਆਪਣੇ ਰੂਮ ਵਿੱਚ ਚਲੀ ਗਈ ਅਤੇ ਮੈਂ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਮੈਂ ਜਲਦੀ ਨਾਲ ਉਹ ਨੰਬਰ ਫ਼ੋਨ 'ਤੇ ਡਾਇਲ ਕੀਤਾ। ਉਹ ਮੁੰਡੇ ਨੇ ਜਲਦੀ ਨਾਲ ਮੇਰੀ ਕਾਲ ਚੁੱਕ ਲਈ ਅਤੇ ਮੈਂ ਬਹੁਤ ਖੁਸ਼ ਸੀ ਕਿ ਸ਼ਿਕਾਰ ਜਾਲ ਵਿੱਚ ਫਸ ਗਿਆ ਵਾ। ਹੁਣ ਅਸੀਂ ਦੋਨੇ ਰੋਜ਼ ਫ਼ੋਨ 'ਤੇ ਗੱਲਾਂ ਕਰਨ ਲੱਗੇ। ਕਦੇ ਮੈਂ ਆਪਣੀ ਮੰਮੀ ਤੋਂ ਆਪਣੀ ਪੜ੍ਹਾਈ ਦੇ ਬਹਾਨੇ ਫ਼ੋਨ ਲੈ ਲੈਂਦੀ। ਕਦੇ ਮੈਂ ਆਪਣੀ ਮੰਮੀ ਤੋਂ ਚੋਰੀ ਫ਼ੋਨ ਚੁੱਕ ਕੇ ਆਪਣੇ ਰੂਮ ਵਿੱਚ ਚਲੀ ਜਾਂਦੀ ਅਤੇ ਉਹਦੇ ਨਾਲ ਗੱਲਾਂ ਕਰਦੀ ਰਹਿੰਦੀ। ਪਹਿਲਾਂ ਮੈਂ ਬਹੁਤ ਜ਼ਿਆਦਾ ਦੁਖੀ ਰਹਿੰਦੀ ਸੀ, ਪਰ ਹੁਣ ਉਹਦੇ ਨਾਲ ਗੱਲ ਹੋਣ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗ ਪਈ ਸੀ। ਇੱਕ ਦਿਨ ਉਹ ਮੈਨੂੰ ਫ਼ੋਨ 'ਤੇ ਕਹਿਣ ਲੱਗਿਆ ਕਿ ਮੇਰਾ ਦਿਲ ਕਰਦਾ ਮੈਂ ਤੈਨੂੰ ਮਿਲਾਂ। ਕੱਲ੍ਹ ਤੂੰ ਕਾਲਜ ਦਾ ਬਹਾਨਾ ਲਾ ਕੇ ਆ ਜਾਵੀਂ, ਫਿਰ ਆਪਾਂ ਦੋਵੇਂ ਇਕੱਠੇ ਟਾਈਮ ਸਪੈਂਡ ਕਰਾਂਗੇ।
ਮੈਂ ਸਵੇਰ ਨੂੰ ਬਹੁਤ ਜਲਦੀ ਉੱਠ ਗਈ। ਮੈਂ ਜਲਦੀ ਨਾਲ ਆਪਣੀ ਅਲਮਾਰੀ ਵਿੱਚੋਂ ਆਪਣਾ ਸਭ ਤੋਂ ਸੋਹਣਾ ਸੂਟ ਕੱਢਿਆ ਤੇ ਜਲਦੀ ਨਾਲ ਤਿਆਰ ਹੋ ਗਈ। ਸੱਚ ਦੱਸਾਂ ਤਾਂ ਮੈਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਸੀ। ਮੰਮੀ ਕਹਿਣ ਲੱਗੀ, ਤੂੰ ਇੰਨਾ ਤਿਆਰ ਸ਼ਿਆਰ ਹੋ ਕੇ ਕਾਲਜ ਕਿਉਂ ਚੱਲੀ ਆ? ਮੈਂ ਮੰਮੀ ਨੂੰ ਬਹਾਨਾ ਮਾਰ ਦਿੱਤਾ, ਅੱਜ ਕਾਲਜ ਵਿੱਚ ਬਹੁਤ ਵੱਡਾ ਫੰਕਸ਼ਨ ਆ, ਇਸ ਕਰਕੇ ਤਿਆਰ ਹੋ ਕੇ ਚੱਲੀ ਆ। ਉਸ ਤੋਂ ਬਾਅਦ ਰਾਹ ਵਿੱਚ ਮੈਨੂੰ ਮੇਰਾ ਬॉयਫ੍ਰੈਂਡ ਸਾਹਿਲ ਮਿਲ ਗਿਆ। ਉਹ ਮੇਰੀ ਉਡੀਕ ਵਿੱਚ ਖੜਾ ਸੀ। ਮੈਂ ਜਲਦੀ ਨਾਲ ਉਹਦੇ ਨਾਲ ਬੈਠ ਕੇ ਮਾਲ ਗਈ। ਉਹਨੇ ਮੈਨੂੰ ਬਹੁਤ ਸਾਰੀ ਸ਼ਾਪਿੰਗ ਕਰਵਾਈ। ਉਹ ਮੇਰੀ ਖੂਬਸੂਰਤੀ ਦੀ ਤਾਰੀਫ ਕਰਦਾ ਪਿਆ ਸੀ। ਉਹ ਮੈਨੂੰ ਕਹਿਣ ਲੱਗਿਆ, ਜੋਤੀ ਤੂੰ ਇੰਨੀ ਸੋਹਣੀ ਆ, ਮੈਨੂੰ ਤਾਂ ਇਦਾਂ ਲੱਗਦਾ ਜਿੱਦਾਂ ਅਰਸ਼ਾਂ ਦੀ ਰਾਣੀ ਮੇਰੇ ਕੋਲ ਬੈਠੀ ਆ। ਸੱਚ ਦੱਸਾਂ ਤਾਂ ਮੈਂ ਤੇਰਾ دیਵਾਨਾ ਹੋ ਗਿਆ। ਉਹਨੇ ਮੈਨੂੰ ਇੱਕ ਫ਼ੋਨ ਵੀ ਲੈ ਕੇ ਦਿੱਤਾ। ਛੁੱਟੀ ਦਾ ਟਾਈਮ ਹੁੰਦਾ ਪਿਆ ਸੀ ਤੇ ਜਲਦੀ ਨਾਲ ਉੱਠ ਕੇ ਖੜੀ ਹੋ ਗਈ। ਸਾਹਿਲ ਮੇਰਾ ਹੱਥ ਫੜ ਕੇ ਕਹਿਣ ਲੱਗਿਆ, ਹਜੇ ਤਾਂ ਮੇਰਾ ਮਨ ਵੀ ਨਹੀਂ ਭਰਿਆ ਤੇ ਤੂੰ ਜਾਣ ਦਾ ਵੀ ਕਹਿੰਦੀ ਪਈ ਆ। ਪਲੀਜ਼ ਯਾਰ ਥੋੜ੍ਹੇ ਟਾਈਮ ਲਈ ਹੋਰ ਰੁਕ ਜਾ। ਮੈਂ ਕਿਹਾ ਕਿ ਸਾਹਿਲ ਹੁਣ ਮੇਰੇ ਤੋਂ ਵੀ ਤੇਰੇ ਬਿਨਾਂ ਨਹੀਂ ਰਿਹਾ ਜਾਂਦਾ। ਤੂੰ ਇੱਕ ਕੰਮ ਕਰ, ਮੇਰੇ ਘਰ ਰਿਸ਼ਤਾ ਭੇਜ ਦੇ, ਫਿਰ ਹਮੇਸ਼ਾ ਲਈ ਆਪਾਂ ਦੋਨੇ ਇਕੱਠੇ ਰਹਾਂਗੇ। ਉਹ ਮੇਰੇ ਹੱਥ ਚੁੰਮਦਾ ਕਹਿਣ ਲੱਗਿਆ, ਜਾਨ ਇਹ ਵੀ ਦਿਨ ਬਹੁਤ ਜਲਦੀ ਆਊਗਾ। ਫਿਰ ਮੈਂ ਜਲਦੀ ਨਾਲ ਘਰ ਆ ਗਈ। ਜਿਹੜੀ ਸ਼ਾਪਿੰਗ ਮੈਨੂੰ ਸਾਹਿਲ ਨੇ ਕਰਵਾਈ ਸੀ, ਮੈਂ ਜਲਦੀ ਨਾਲੋਂ ਸਾਰਾ ਸਮਾਨ ਅਲਮਾਰੀ ਵਿੱਚ ਲੁਕਾ ਦਿੱਤਾ। ਆਪਣਾ ਪਰਸਨਲ ਫ਼ੋਨ ਵੀ ਮੈਂ ਅਲਮਾਰੀ ਵਿੱਚ ਰੱਖ ਦਿੱਤਾ। ਹੁਣ ਮੇਰੀਆਂ ਉਹਦੇ ਨਾਲ ਬਹੁਤ ਜ਼ਿਆਦਾ ਗੱਲਾਂ ਹੋਣ ਲੱਗ ਪਈਆਂ ਸੀ। ਉਹਨਾਂ ਦਿਨਾਂ ਵਿੱਚ ਹੀ ਮੇਰੀ ਭੈਣ ਦਾ ਵਿਆਹ ਹੋ ਗਿਆ ਤੇ ਉਹਨਾਂ ਦੀ ਇੱਕ ਬਹੁਤ ਛੋਟੀ ਜਿਹੀ ਕਿਰਾਏ ਦੀ ਦੁਕਾਨ ਸੀ। ਦੀਦੀ ਦੇ ਵਿਆਹ ਹੋਣ ਤੋਂ ਬਾਅਦ ਸਾਰਿਆਂ ਨੂੰ ਮੇਰੇ ਵਿਆਹ ਦਾ ਫਿਕਰ ਹੋਣ ਲੱਗ ਪਿਆ, ਪਰ ਜਦੋਂ ਕੋਈ ਵੀ ਮੇਰੇ ਵਿਆਹ ਦੀ ਗੱਲ ਕਰਦਾ ਮੈਂ ਉਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੰਦੀ ਸੀ ਕਿ ਹਜੇ ਮੈਂ ਵਿਆਹ ਨਹੀਂ ਕਰਵਾਉਣਾ, ਕਿਉਂਕਿ ਮੈਂ ਸਾਹਿਲ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ। ਇੱਕ ਦਿਨ ਮੈਂ ਆਪਣੀ ਭੈਣ ਨੂੰ ਮਿਲਣ ਉਹਦੇ ਸਹੁਰੇ ਘਰ ਗਈ ਤੇ ਉੱਥੇ ਇੱਕ ਸੋਹਣਾ ਮੁੰਡਾ ਦੇਖ ਕੇ ਮੇਰਾ ਦਿਲ ਬੇਈਮਾਨ ਹੋ ਗਿਆ। ਉਹ ਮੁੰਡਾ ਬਹੁਤ ਅਮੀਰ ਵੀ ਲੱਗਦਾ ਪਿਆ ਸੀ। ਮੇਰੀ ਦੀਦੀ ਨੇ ਮੈਨੂੰ ਦੱਸਿਆ, ਇਹ ਮੁੰਡਾ ਤੇਰੇ ਭਾਜੀ ਦਾ ਫਰੈਂਡ ਆ। ਇਹ ਬਹੁਤ ਅਮੀਰ ਘਰ ਤੋਂ ਆ ਤੇ ਨਾਲੇ ਇਹਨਾਂ ਦਾ ਬਹੁਤ ਵੱਡਾ ਬਿਜ਼ਨਸ ਆ ਤੇ ਬਹੁਤ ਪੈਸੇ ਕਮਾਉਂਦਾ। ਦੀਦੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰਾ ਇਰਾਦਾ ਬਦਲ ਗਿਆ ਤੇ ਮੈਂ ਉਹ ਮੁੰਡੇ ਪਿੱਛੇ ਲੋਟੂ ਹੋ ਗਈ। ਮੈਂ ਉਸੇ ਵੇਲੇ ਮਨ ਬਣਾ ਲਿਆ ਕਿ ਵਿਆਹ ਕਰੂੰਗੀ ਤਾਂ ਇਹ ਮੁੰਡੇ ਦੇ ਨਾਲ ਹੀ ਕਰੂੰਗੀ। ਹੁਣ ਮੈਂ ਸਾਹਿਲ ਨੂੰ ਇਗਨੋਰ ਕਰਨ ਲੱਗ ਪਈ ਸੀ। ਜਦੋਂ ਵੀ ਉਹ ਮੈਨੂੰ ਫੋਨ ਕਰਦਾ ਬਸ ਮੈਂ ਉਹਨੂੰ ਹਾਂ ਹੂੰ ਵਿੱਚ ਜਵਾਬ ਦੇ ਕੇ ਕੱਟ ਦਿੰਦੀ। ਮੈਨੂੰ ਲੱਗਦਾ ਹੁਣ ਸਾਹਿਲ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਉਹਦੇ ਨਾਲ ਝੂਠੇ ਪਿਆਰ ਦਾ ਡਰਾਮਾ ਕੀਤਾ, ਪਰ ਫਿਰ ਵੀ ਉਹ ਮੈਨੂੰ ਕਿਸੇ ਵੀ ਕੀਮਤ ਵਿੱਚ ਨਹੀਂ ਛੱਡ ਸਕਦਾ ਸੀ, ਕਿਉਂਕਿ ਉਹ ਮੈਨੂੰ ਪਿਆਰ ਕਰਦਾ ਸੀ, ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਹੁਣ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਉਹਨੂੰ ਕੋਈ ਨਾ ਕੋਈ ਬਹਾਨਾ ਮਾਰ ਦਿੰਦੀ ਤੇ ਘਰ ਚਲੀ ਜਾਂਦੀ ਸੀ। 2-2 ਦਿਨ ਉੱਥੇ ਰਹਿ ਕੇ ਆਉਂਦੀ ਸੀ। ਮੇਰੇ ਭਾਜੀ ਤੇ ਉਹਨਾਂ ਦੇ ਫਰੈਂਡ ਰਾਹੁਲ ਦੀ ਬਹੁਤ ਗਹਿਰੀ ਦੋਸਤੀ ਸੀ, ਇਸ ਕਰਕੇ ਦੀਦੀ ਦੇ ਘਰ ਉਹਦਾ ਆਣਾ ਜਾਣਾ ਰਹਿੰਦਾ ਹੀ ਸੀ। ਉੱਥੇ ਰਹਿ ਕੇ ਮੈਂ ਕੋਸ਼ਿਸ਼ ਕਰਦੀ ਕਿ ਉਹ ਮੇਰੇ ਪਿਆਰ ਦੇ ਜਾਲ ਵਿੱਚ ਫਸ ਜਾਵੇ। ਇੱਕ ਦਿਨ ਮੇਰੀ ਮਿਹਨਤ ਰੰਗ ਲਿਆਈ। ਉਹ ਮੇਰੇ ਪਿਆਰ ਦੇ ਜਾਲ ਵਿੱਚ ਫਸ ਹੀ ਗਿਆ। ਦੂਜੇ ਦਿਨ ਹੀ ਉਹਨੇ ਮੇਰੇ ਘਰ ਰਿਸ਼ਤਾ ਭੇਜ ਦਿੱਤਾ। ਮੇਰੇ ਘਰਦਿਆਂ ਨੂੰ ਤਾਂ ਯਕੀਨ ਹੀ ਨਹੀਂ ਸੀ ਆਉਂਦਾ ਪਿਆ, ਐਨੇ ਵੱਡੇ ਬਿਜ਼ਨਸਮੈਨ ਦਾ ਰਿਸ਼ਤਾ ਮੇਰੇ ਲਈ ਆਇਆ ਵਾ। ਸਾਰੇ ਇਸ ਰਿਸ਼ਤੇ ਲਈ ਮੰਨ ਗਏ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ, ਪਰ ਮੈਨੂੰ ਸਾਹਿਲ ਦਾ ਬਹੁਤ ਡਰ ਸੀ ਕਿ ਕਿਤੇ ਉਹ ਮੇਰੇ ਘਰਦਿਆਂ ਨੂੰ ਸਾਰਾ ਸੱਚ ਦੱਸ ਨਾ ਦੇਵੇ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਵਿਆਹ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੰਗਾ ਪਾਵੇ। ਪਰ ਇਹ ਤਾਂ ਮੈਨੂੰ ਪਤਾ ਹੀ ਸੀ ਕਿ ਉਹਨੂੰ ਸਾਰਾ ਕੁਝ ਪਤਾ ਤਾਂ ਲੱਗ ਹੀ ਜਾਣਾ, ਕਿਉਂਕਿ ਉਹ ਸਾਡੇ ਗੁਆਂਢ ਵਿੱਚ ਹੀ ਤਾਂ ਰਹਿੰਦਾ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹਨੂੰ ਕੁਝ ਨਾ ਪਤਾ ਲੱਗੇ, ਪਰ ਉਹਨੂੰ ਇੱਕ ਦਿਨ ਸਭ ਕੁਝ ਪਤਾ ਲੱਗ ਹੀ ਗਿਆ। ਉਹ ਮੈਨੂੰ ਫੋਨ ਕਰਕੇ ਕਹਿਣ ਲੱਗਿਆ, ਮੈਂ ਸੁਣਿਆ ਤੇਰਾ ਬਹੁਤ ਵੱਡੇ ਖਾਨਦਾਨ ਵਿੱਚ ਰਿਸ਼ਤਾ ਤੈਅ ਹੋ ਗਿਆ ਵਾ ਤੇ ਥੋੜ੍ਹੇ ਹੀ ਦਿਨਾਂ ਵਿੱਚ ਤੇਰਾ ਵਿਆਹ। ਮੈਂ ਉਹਨੂੰ ਝੂਠ ਬੋਲ ਦਿੱਤਾ ਕਿ ਨਹੀਂ ਸਾਹਿਲ, ਮੇਰਾ ਰਿਸ਼ਤਾ ਨਹੀਂ, ਉਹ ਤਾਂ ਮੇਰੀ ਛੋਟੀ ਭੈਣ ਦਾ ਰਿਸ਼ਤਾ ਹੋਇਆ। ਮੇਰੀ ਗੱਲ ਸੁਣ ਕੇ ਉਹ ਥੋੜ੍ਹਾ ਜਿਹਾ ਢਿੱਲਾ ਪੈ ਗਿਆ ਤੇ ਮੈਨੂੰ ਕਹਿਣ ਲੱਗਿਆ ਕਿ ਜੋਤੀ, ਮੈਂ ਤੈਨੂੰ ਸੱਚਾ ਪਿਆਰ ਕਰਦਾ, ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ।
ਜੇ ਤੂੰ ਮੇਰੇ ਬਿਨਾਂ ਕਿਸੇ ਹੋਰ ਨਾਲ ਵਿਆਹ ਕਰਵਾਉਣ ਬਾਰੇ ਸੋਚਿਆ ਤਾਂ ਮੈਂ ਤੇਰੇ ਘਰਦਿਆਂ ਨੂੰ ਆਪਣੇ ਬਾਰੇ ਸਾਰਾ ਕੁਝ ਦੱਸ ਦਊਂਗਾ। ਐਦਾਂ ਹੀ ਬਹਾਨੇ ਬਣਾਉਂਦੇ ਬਣਾਉਂਦੇ ਮੇਰੇ ਵਿਆਹ ਦਾ ਦਿਨ ਆ ਗਿਆ। ਮੇਰੇ ਦਿਲ ਵਿੱਚ ਡਰ ਹੋਰ ਜ਼ਿਆਦਾ ਵੱਧ ਗਿਆ ਸੀ ਕਿ ਕਿਤੇ ਉਹਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਵਿਆਹ ਹੋਣ ਵਾਲਾ, ਉਹਨੇ ਮੇਰੇ ਘਰਦਿਆਂ ਨੂੰ ਸਭ ਕੁਝ ਦੱਸ ਦੇਣਾ। ਮੈਨੂੰ ਉਹਦੀ ਦਿੱਤੀ ਹੋਈ ਧਮਕੀ ਤੋਂ ਬਹੁਤ ਡਰ ਲੱਗਦਾ ਸੀ। ਇਸ ਕਰਕੇ ਮੈਂ ਘਰੋਂ ਨਿਕਲਣਾ ਵੀ ਬੰਦ ਕਰ ਦਿੱਤਾ। ਜਿਹੜੇ ਮੁੰਡੇ ਨਾਲ ਮੇਰਾ ਰਿਸ਼ਤਾ ਹੋਇਆ ਸੀ, ਇੱਕ ਦਿਨ ਉਹ ਤੇ ਉਹਦੀ ਭੈਣ ਸਾਡੇ ਘਰ ਆਏ। ਉਹ ਮੈਨੂੰ ਸ਼ਾਪਿੰਗ 'ਤੇ ਲਿਜਾਣਾ ਚਾਹੁੰਦੇ ਸੀ। ਮੈਂ ਉਹਨਾਂ ਦੇ ਨਾਲ ਜਾਣ ਲਈ ਬਹੁਤ ਜਲਦੀ ਤਿਆਰ ਹੋ ਗਈ। ਉੱਥੇ ਅਸੀਂ ਇੱਕ ਦੁਕਾਨ ਤੋਂ ਕੱਪੜੇ ਖਰੀਦਦੇ ਪਏ ਸੀ। ਉਸੇ ਵੇਲੇ ਮੈਂ ਉੱਥੇ ਸਾਹਿਲ ਨੂੰ ਦੇਖਿਆ। ਇਸ ਤੋਂ ਪਹਿਲਾਂ ਕਿ ਉਹ ਮੇਰੇ ਕੋਲ ਆਉਂਦਾ, ਮੈਂ ਜਲਦੀ ਨਾਲ ਹੋਰ ਦੁਕਾਨ 'ਤੇ ਚਲੀ ਗਈ। ਸਾਹਿਲ ਮੈਨੂੰ ਬਾਰ-ਬਾਰ ਫੋਨ ਕਰਦਾ ਪਿਆ ਸੀ। ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਕਿ ਕਿਤੇ ਇਹ ਸੱਚਾਈ ਰਾਹੁਲ ਨੂੰ ਨਾ ਦੱਸ ਦੇਵੇ, ਨਹੀਂ ਤਾਂ ਮੇਰਾ ਬਣਿਆ ਬਣਾਇਆ ਖੇਲ ਖਤਮ ਹੋ ਜਾਣਾ। ਘਰ ਆ ਕੇ ਮੈਂ ਸਾਹਿਲ ਨੂੰ ਫੋਨ ਕੀਤਾ। ਮੈਂ ਪਹਿਲਾਂ ਤੋਂ ਹੀ ਸੋਚ ਲਿਆ ਸੀ ਕਿ ਮੈਂ ਉਹਨੂੰ ਕੀ ਕਹਿਣਾ। ਮੇਰੀ ਹੈਲੋ ਸੁਣਦੇ ਹੋ ਮੈਨੂੰ ਬਹੁਤ ਗੁੱਸੇ ਵਿੱਚ ਬੋਲਣ ਲੱਗਿਆ। ਮੈਂ ਉਹਨੂੰ ਪਿਆਰ ਨਾਲ ਕਹਿਣ ਲੱਗੀ ਕਿ ਗੁੱਸਾ ਨਾ ਹੋ, ਸ਼ਾਂਤ ਹੋ ਜਾ। ਦਰਅਸਲ ਉਹਨਾਂ ਨੇ ਵਿਆਹ ਦੀ ਸ਼ਾਪਿੰਗ ਕਰਨੀ ਸੀ, ਕਿਉਂਕਿ ਸਾਡੇ ਪਰਿਵਾਰ ਵਿੱਚ ਵਿਆਹ ਤੋਂ ਪਹਿਲਾਂ ਕੁੜੀ ਮੁੰਡਾ ਖੁੱਲ੍ਹੇਆਮ ਨਹੀਂ ਘੁੰਮਦੇ। ਇਸ ਕਰਕੇ ਉਹਨਾਂ ਦੇ ਨਾਲ ਮੈਂ ਚਲੀ ਗਈ ਸੀ। ਉਹਨੇ ਮੇਰੀ ਗੱਲ 'ਤੇ ਯਕੀਨ ਕਰ ਲਿਆ, ਪਰ ਅੰਦਰੋਂ ਅੰਦਰੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਪਿਆ ਸੀ, ਕਿਉਂਕਿ ਜੇ ਕਿਤੇ ਇਹਨੇ ਘਰਦਿਆਂ ਨੂੰ ਸਾਰਾ ਕੁਝ ਸੱਚ ਦੱਸ ਦਿੱਤਾ ਤਾਂ ਮੇਰੀ ਸ਼ਾਮਤ ਆ ਜਾਣੀ ਆ। ਜਿੱਦਾਂ ਹੀ ਵਿਆਹ ਦਾ ਦਿਨ ਨੇੜੇ ਆਉਂਦਾ ਗਿਆ, ਮੇਰੀ ਪਰੇਸ਼ਾਨੀ ਹੋਰ ਵੀ ਵੱਧਦੀ ਗਈ ਕਿ ਕਿਤੇ ਸਾਹਿਲ ਦੀ ਵਜ੍ਹਾ ਨਾਲ ਮੇਰਾ ਵਿਆਹ ਨਾ ਟੁੱਟ ਜਾਵੇ, ਉਹ ਕੋਈ ਡਰਾਮਾ ਨਾ ਖੜਾ ਕਰ ਦੇਵੇ ਤੇ ਕਿਤੇ ਐਦਾਂ ਹੋ ਗਿਆ ਤਾਂ ਮੇਰੇ ਅਮੀਰ ਬਣਨ ਦਾ ਸੁਪਨਾ ਹੀ ਰਹਿ ਜਾਣਾ। ਸਾਹਿਲ ਤੋਂ ਬਚਣ ਲਈ ਤੇ ਰਾਹੁਲ ਨਾਲ ਵਿਆਹ ਕਰਵਾਉਣ ਲਈ ਮੇਰੇ ਦਿਮਾਗ ਵਿੱਚ ਬਹੁਤ ਵਧੀਆ ਆਈਡੀਆ ਆਇਆ। ਮੈਂ ਸਾਹਿਲ ਨੂੰ ਫੋਨ ਕੀਤਾ ਕਿ ਸਾਹਿਲ, ਮੇਰੇ ਘਰ ਵਾਲੇ ਮੇਰੀ ਛੋਟੀ ਭੈਣ ਦੇ ਨਾਲ ਮੇਰਾ ਵਿਆਹ ਕਰਨ ਬਾਰੇ ਸੋਚਦੇ ਪਏ ਨੇ। ਉਹ ਮੇਰੇ ਲਈ ਰਿਸ਼ਤਾ ਲੱਭਦੇ ਪਏ ਆ। ਮੇਰੀ ਗੱਲ ਸੁਣ ਕੇ ਬਹੁਤ ਦੁਖੀ ਹੋਇਆ ਤੇ ਕਹਿਣ ਲੱਗਿਆ, ਇੱਕ ਕੰਮ ਕਰ, ਤੂੰ ਇਹ ਰਿਸ਼ਤੇ ਨੂੰ ਨਾ ਕਰ ਦੇ, ਬਾਕੀ ਮੈਂ ਜਲਦੀ ਤੇਰੇ ਘਰ ਰਿਸ਼ਤਾ ਭੇਜਦਾ। ਮੈਂ ਉਹਨੂੰ ਕਿਹਾ ਕਿ ਸਾਹਿਲ, ਮੈਨੂੰ ਪਤਾ ਮੇਰੇ ਘਰਦਿਆਂ ਨੇ ਨਹੀਂ ਮੰਨਣਾ, ਤੂੰ ਐਦਾਂ ਅੱਜ ਸ਼ਾਮ ਨੂੰ ਹੀ ਆਪਾਂ ਭੱਜ ਕੇ ਵਿਆਹ ਕਰਵਾ ਲੈਂਦੇ ਆ। ਉਹ ਮੇਰੀ ਗੱਲ ਸੁਣ ਕੇ ਮੰਨ ਗਿਆ। ਮੈਂ ਉਹਨੂੰ ਕਿਹਾ ਅੱਜ ਸ਼ਾਮ ਨੂੰ 5 ਵਜੇ ਮੈਂ ਘਰ ਦੇ ਪਿੱਛੇ ਆ ਜਾਊਂਗੀ ਤੇ ਤੂੰ ਮੈਨੂੰ ਉੱਥੋਂ ਲੈ ਜਾਵੀਂ। ਉਹ ਕਹਿੰਦਾ ਠੀਕ ਆ, ਮੈਂ ਆ ਜਾਊਂਗਾ। ਫਿਰ ਮੈਂ ਜਲਦੀ ਨਾਲ ਸਾਹਿਲ ਦਾ ਫੋਨ ਕੱਟਿਆ, ਆਪਣੀ ਛੋਟੀ ਭੈਣ ਰਾਣੀ ਕੋਲ ਆ ਗਈ। ਉਹਨੂੰ ਕਿਹਾ ਕਿ ਰਾਣੀ, ਤੂੰ ਮੇਰੇ ਕੱਪੜੇ ਪਾ ਲੈ, ਆਪਣੇ ਤੇ ਚਾਦਰ ਲਪੇਟ ਲੈ ਤੇ ਘਰ ਦੇ ਪਿੱਛੇ ਜਾ ਕੇ ਖੜੀ ਹੋ ਜਾ। ਉਹ ਬਹੁਤ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ ਤੇ ਕਹਿਣ ਲੱਗੀ, ਦੀਦੀ ਮੈਂ ਕਿਉਂ ਜਾਵਾਂ, ਕੀ ਹੋਇਆ, ਕੋਈ ਗੱਲ ਹੋਈ ਆ? ਮੈਂ ਉਹਦੇ ਸਾਹਮਣੇ ਰੋਣ ਲੱਗ ਪਈ ਤੇ ਹੱਥ ਜੋੜ ਕੇ ਮੈਂ ਉਹਨੂੰ ਕਿਹਾ ਕਿ ਰਾਣੀ, ਹੁਣ ਤੂੰ ਹੀ ਮੈਨੂੰ ਬਚਾ ਸਕਦੀ ਆ, ਪਲੀਜ਼ ਮੈਨੂੰ ਬਚਾ ਲੈ। ਜੇ ਤੂੰ ਮੇਰੀ ਮਦਦ ਨਾ ਕੀਤੀ ਮੈਂ ਹੁਣੇ ਜ਼ਹਿਰ ਖਾ ਕੇ ਮਰ ਜਾਣਾ। ਉਸ ਤੋਂ ਬਾਅਦ ਮੈਂ ਆਪਣੇ ਤੇ ਸਾਹਿਲ ਬਾਰੇ ਸਭ ਕੁਝ ਦੱਸ ਦਿੱਤਾ। ਕਾਫੀ ਟਾਈਮ ਬਹੁਤ ਹੈਰਾਨੀ ਨਾਲ ਮੈਨੂੰ ਦੇਖਦੀ ਰਹੀ ਤੇ ਮੇਰੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੁੰਦੀ ਪਈ ਸੀ। ਉਹ ਕਹਿਣ ਲੱਗੀ, ਦੀਦੀ ਤੁਸੀਂ ਚੰਗਾ ਨਹੀਂ ਕੀਤਾ। ਜੇ ਇਹ ਗੱਲ ਮੰਮਾ ਪਾਪਾ ਨੂੰ ਪਤਾ ਲੱਗ ਗਈ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹਦਾ ਕੀ ਅੰਜਾਮ ਹੋ ਸਕਦਾ। ਮੈਂ ਉਸ ਦੇ ਸਾਹਮਣੇ ਹੋਰ ਵੀ ਜ਼ਿਆਦਾ ਉੱਚੀ ਰੋਣ ਲੱਗ ਪਈ। ਮੇਰੀ ਭੈਣ ਬਹੁਤ ਮਾਸੂਮ ਸੀ, ਇਸ ਕਰਕੇ ਉਹਨੂੰ ਮੇਰੇ ਤੇ ਜਲਦੀ ਤਰਸ ਆ ਗਿਆ। ਕਹਿਣ ਲੱਗੀ, ਦੀਦੀ ਤੁਸੀਂ ਥੋੜ੍ਹੇ ਟਾਈਮ ਬਾਅਦ ਸਾਹਿਲ ਨੂੰ ਬੁਲਾ ਲਓ, ਉਦੋਂ ਤੱਕ ਤਾਂ ਤੁਹਾਡੇ ਤੇ ਰਾਹੁਲ ਦੇ ਫੇਰੇ ਹੋ ਜਾਣਗੇ, ਬਾਕੀ ਬਾਅਦ ਦਾ ਫਿਰ ਬਾਅਦ 'ਚ ਦੇਖੀ ਜਾਊ। ਫਿਲਹਾਲ ਮੈਨੂੰ ਉਹਦੀ ਗੱਲ ਠੀਕ ਲੱਗੀ। ਉਹ ਮੇਰੇ ਕੱਪੜੇ ਪਾ ਕੇ ਵੱਡੀ ਚਾਦਰ ਲਪੇਟ ਕੇ ਬਾਹਰ ਚਲੀ ਗਈ। ਹਜੇ ਰਾਣੀ ਨੂੰ ਬਾਹਰ ਗਏ ਕੁਝ ਸਮਾਂ ਹੋਇਆ ਸੀ ਕਿ ਬਰਾਤ ਆ ਗਈ ਸੀ। ਰਾਹੁਲ ਹੁਣੀ ਵਿਆਹ ਲਈ ਬਹੁਤ ਜਲਦੀ ਕਰਦੇ ਪਏ ਸੀ। ਪੰਡਿਤ ਜੀ ਵੀ ਆ ਗਏ ਸੀ। ਮੈਂ ਨੋਟ ਕੀਤਾ ਰਾਹੁਲ ਦਾ ਮੂੰਹ ਬਹੁਤ ਉਤਰਿਆ ਹੋਇਆ ਜਿਹਾ ਲੱਗਦਾ ਪਿਆ ਸੀ। ਇਹ ਸਭ ਕੁਝ ਮੈਨੂੰ ਬਹੁਤ ਅਜੀਬ ਲੱਗਿਆ ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲਾ ਸੀ। ਪਤਾ ਨਹੀਂ ਅੱਜ ਉਹਨੂੰ ਕੀ ਹੋਇਆ ਸੀ। ਥੋੜ੍ਹੇ ਟਾਈਮ ਬਾਅਦ ਫੇਰੇ ਵੀ ਹੋ ਗਏ, ਵਿਆਹ ਵੀ ਪੂਰਾ ਹੋ ਗਿਆ ਸੀ, ਪਰ ਮੈਨੂੰ ਬਾਰ-ਬਾਰ ਆਪਣੀ ਭੈਣ ਦੀ ਫਿਕਰ ਹੁੰਦੀ ਸੀ ਕਿਉਂਕਿ ਉਹ ਹਜੇ ਤੱਕ ਵਾਪਸ ਨਹੀਂ ਸੀ ਆਈ।
ਹੁਣ ਮੇਰੀ ਵਿਦਾਈ ਦਾ ਸਮਾਂ ਆ ਗਿਆ ਸੀ, ਪਰ ਰਾਣੀ ਮੈਨੂੰ ਹਜੇ ਤੱਕ ਵੀ ਕਿਤੇ ਨਹੀਂ ਸੀ ਦਿਖਦੀ ਪਈ। ਦੂਜੀ ਗੱਲ ਇਹ, ਮੈਨੂੰ ਮੇਰੇ ਘਰਦਿਆਂ ਦਾ ਸੁਭਾਅ ਵੀ ਕੁਝ ਠੀਕ ਨਹੀਂ ਸੀ ਲੱਗਦਾ ਪਿਆ। ਮੇਰੀ ਮੰਮੀ ਮੇਰੇ ਨਾਲ ਕੋਈ ਵੀ ਗੱਲ ਨਹੀਂ ਸੀ ਕਰਦੀ ਪਈ, ਮੈਨੂੰ ਬਹੁਤ ਅਜੀਬ ਤਰ੍ਹਾਂ ਨਾਲ ਦੇਖ ਰਹੀ ਸੀ। ਮੇਰੇ ਪਾਪਾ ਵੀ ਮੈਨੂੰ ਬਹੁਤ ਗੁੱਸੇ ਵਿੱਚ ਦਿਖਦੇ ਪਏ ਸੀ, ਪਰ ਉਸ ਸਮੇਂ ਮੈਂ ਇਹ ਸਭ ਇਗਨੋਰ ਕਰ ਦਿੱਤਾ। ਆਪਣੀ ਨਵੀਂ ਜ਼ਿੰਦਗੀ ਬਾਰੇ ਸੋਚਣ ਲੱਗੀ। ਮੇਰਾ ਵਿਆਹ ਹੋ ਗਿਆ, ਮੈਂ ਆਪਣੇ ਸਹੁਰੇ ਘਰ ਆ ਗਈ। ਮੈਂ ਬੈੱਡ 'ਤੇ ਬੈਠੀ ਰਾਹੁਲ ਦੀ ਵੇਟ ਕਰਦੀ ਪਈ ਸੀ। ਕੁਝ ਹੀ ਸਮੇਂ ਵਿੱਚ ਰਾਹੁਲ ਰੂਮ ਵਿੱਚ ਆ ਗਿਆ। ਮੈਂ ਨੀਵੀਂ ਪਾ ਕੇ ਬੈਠੀ ਸੀ, ਉਹ ਮੇਰੇ ਕੋਲ ਆ ਗਿਆ। ਉਹਨੇ ਮੇਰਾ ਘੁੰਡ ਚੁੱਕਿਆ, ਪਰ ਜਦੋਂ ਹੀ ਮੈਂ ਉਹ ਘੁੰਡ ਚੁੱਕਣ ਵਾਲੇ ਬੰਦੇ ਨੂੰ ਦੇਖਿਆ, ਮੇਰੀ ਜਾਨ ਨਿਕਲ ਗਈ, ਕਿਉਂਕਿ ਨਾ ਤਾਂ ਉਹ ਰਾਹੁਲ ਸੀ ਤੇ ਨਾ ਹੀ ਸਾਹਿਲ। ਇਸ ਕਰਕੇ ਕਿਸੇ ਅਣਜਾਣ ਬੰਦੇ ਨੂੰ ਦੇਖ ਕੇ ਮੈਂ ਡਰ ਗਈ ਸੀ, ਕਿਉਂਕਿ ਉਹ ਤਾਂ ਮੈਨੂੰ ਕੋਈ ਪਾਗਲ ਲੱਗਦਾ ਪਿਆ ਸੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਮੇਰੇ ਘਰਦਿਆਂ ਨੇ ਮੇਰੇ ਨਾਲ ਐਦਾਂ ਦਾ ਮਜ਼ਾਕ ਕਿਉਂ ਕੀਤਾ। ਰਾਹੁਲ ਦੀ ਬਜਾਏ ਮੇਰਾ ਵਿਆਹ ਇੱਕ ਪਾਗਲ ਮੁੰਡੇ ਨਾਲ ਕਿਉਂ ਕਰਵਾਇਆ। ਮੈਂ ਉਹਨੂੰ ਕਿਹਾ ਕਿ ਤੂੰ ਕੌਣ ਆ, ਮੇਰਾ ਰਾਹੁਲ ਕਿੱਥੇ ਆ। ਮੇਰੀ ਗੱਲ ਸੁਣ ਕੇ ਉਹ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰਨ ਲੱਗਿਆ। ਕਹਿਣ ਲੱਗਿਆ, ਤੂੰ ਬਹੁਤ ਗੰਦੀ ਵਹੁਟੀ ਆ, ਇਸ ਕਰਕੇ ਤੇਰਾ ਰਾਹੁਲ ਤੈਨੂੰ ਛੱਡ ਕੇ ਭੱਜ ਗਿਆ। ਮੈਂ ਮੁੰਡੇ ਨੂੰ ਧੱਕਾ ਦੇ ਕੇ ਬਾਹਰ ਭੱਜੀ ਤੇ ਉਹਨੂੰ ਬਾਹਰੋਂ ਬੰਦ ਕਰ ਦਿੱਤਾ, ਕਿਉਂਕਿ ਮੈਨੂੰ ਲੱਗਦਾ ਸੀ ਉਹ ਪਾਗਲ ਮੇਰੇ ਮਗਰ ਜ਼ਰੂਰ ਆਊਗਾ। ਮੈਂ ਭੱਜ ਕੇ ਪੂਰੇ ਘਰ ਵਿੱਚ ਰਾਹੁਲ ਨੂੰ ਦੇਖਦੀ ਰਹੀ, ਪਰ ਉਹ ਮੈਨੂੰ ਕਿਤੇ ਨਹੀਂ ਦਿਸਿਆ। ਐਨੇ ਵੱਡੇ ਘਰ ਵਿੱਚ ਸਿਰਫ ਇੱਕ ਪਾਗਲ ਮੁੰਡਾ ਹੀ ਸੀ। ਮੈਂ ਉੱਚੀ-ਉੱਚੀ ਚੀਕਦੀ ਹੋਈ ਕਿਹਾ, ਘਰ ਕੋਈ ਹੈ? ਕਿਸੇ ਦੀ ਆਵਾਜ਼ ਨਹੀਂ ਸੀ ਆਈ। ਫਿਰ ਥੋੜ੍ਹੇ ਟਾਈਮ ਵਿੱਚ ਉੱਥੇ ਇੱਕ ਮੈਨੂੰ ਆਂਟੀ ਮਿਲੀ। ਉਹ ਮੈਨੂੰ ਕਹਿਣ ਲੱਗੀ, ਤੁਹਾਨੂੰ ਕੀ ਚਾਹੀਦਾ? ਐਦਾਂ ਲੱਗਦਾ ਪਿਆ ਸੀ ਉਹ ਸ਼ਾਇਦ ਨੌਕਰਾਣੀ ਆ। ਮੈਂ ਉਹਨੂੰ ਕਿਹਾ, ਮੈਂ ਇੱਥੇ ਕਿੱਦਾਂ ਆਈ, ਮੇਰਾ ਤਾਂ ਵਿਆਹ ਹੋ ਚੁੱਕਿਆ। ਉਹ ਆਂਟੀ ਕਹਿਣ ਲੱਗੀ, ਤੁਹਾਡਾ ਵਿਆਹ ਮੇਰੇ ਸਾਹਿਬ ਰਮਨ ਦੇ ਨਾਲ ਹੀ ਹੋਇਆ ਵਾ। ਉਹਦੀ ਗੱਲ ਸੁਣ ਕੇ ਮੈਂ ਬਾਹਰ ਵੱਲ ਨੂੰ ਭੱਜੀ, ਕਿਉਂਕਿ ਮੈਂ ਉੱਥੋਂ ਨਿਕਲ ਜਾਣਾ ਚਾਹੁੰਦੀ ਸੀ, ਕਿਉਂਕਿ ਮੇਰਾ ਸਾਹ ਘੁੱਟਦਾ ਪਿਆ ਸੀ। ਜਦੋਂ ਹੀ ਮੈਂ ਭੱਜਦੇ ਹੋਏ ਬਾਹਰ ਗਈ ਤਾਂ ਮੈਂ ਦੇਖਿਆ ਬੂਹੇ ਨੂੰ ਜਿੰਦਾ ਲੱਗਿਆ ਹੋਇਆ ਸੀ। ਮੈਂ ਸਿਰ ਫੜ ਕੇ ਬੈਠ ਗਈ, ਉੱਚੀ-ਉੱਚੀ ਰੋਣ ਲੱਗ ਪਈ। ਉਹ ਆਂਟੀ ਫਿਰ ਮੈਨੂੰ ਕਹਿਣ ਲੱਗੀ, ਇਹ ਜਿੰਦਾ ਰਮਨ ਸਾਹਿਬ ਦੀ ਵੱਡੀ ਭੈਣ ਨੇ ਲਗਵਾਇਆ। ਉਹਨਾਂ ਨੇ ਕਿਹਾ ਵਾ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ। ਮੈਂ ਜਲਦੀ ਨਾਲ ਆਂਟੀ ਤੋਂ ਫ਼ੋਨ ਮੰਗਿਆ, ਆਪਣੇ ਘਰ ਫ਼ੋਨ ਕੀਤਾ। ਫ਼ੋਨ ਮੇਰੀ ਮੰਮੀ ਨੇ ਚੁੱਕਿਆ। ਮੇਰੀ ਆਵਾਜ਼ ਸੁਣਦੇ ਮੇਰੀ ਮੰਮੀ ਬਹੁਤ ਗੁੱਸੇ ਵਿੱਚ ਬੋਲਣ ਲੱਗੀ ਕਿ ਖਬਰਦਾਰ, ਜੇ ਅੱਜ ਤੋਂ ਬਾਅਦ ਤੂੰ ਸਾਨੂੰ ਫ਼ੋਨ ਕੀਤਾ, ਤੂੰ ਸਾਡੇ ਵੱਲੋਂ ਹਮੇਸ਼ਾ ਲਈ ਮਰ ਗਈ। ਅਸੀਂ ਤੇਰੇ ਲਈ ਮਰ ਗਏ। ਤੂੰ ਤਾਂ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ। ਤੇਰੇ ਵਰਗੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ। ਇਹ ਕਹਿ ਕੇ ਮੰਮੀ ਨੇ ਫ਼ੋਨ ਕੱਟ ਦਿੱਤਾ। ਮੈਨੂੰ ਸਮਝ ਨਹੀਂ ਆਉਂਦੀ ਪਈ ਸੀ ਇਹ ਸਭ ਮੇਰੇ ਨਾਲ ਕੀ ਹੁੰਦਾ ਪਿਆ। ਫਿਰ ਮੈਂ ਆਪਣੀ ਦੀਦੀ ਨੂੰ ਫ਼ੋਨ ਲਾਇਆ। ਉਹ ਵੀ ਮੇਰੇ ਨਾਲ ਬਹੁਤ ਗੁੱਸੇ ਵਿੱਚ ਬੋਲੀ ਕਿ ਜੋਤੀ, ਤੂੰ ਸਾਡਾ ਨੱਕ ਵਢਾ ਦਿੱਤਾ। ਤੂੰ ਮੈਨੂੰ ਮੇਰੇ ਸਹੁਰੇ ਘਰ ਵਿੱਚ ਵੀ ਕਿਸੇ ਜੋਗਾ ਨਹੀਂ ਛੱਡਿਆ। ਤੈਨੂੰ ਪਤਾ ਵੀ ਸੀ ਕਿ ਤੇਰੇ ਭਾਜੀ ਦੇ ਰਾਹੁਲ ਦੀ ਕਿੰਨੀ ਚੰਗੀ ਦੋਸਤੀ ਸੀ। ਤੂੰ ਤਾਂ ਉਹਨਾਂ ਦੀ ਦੋਸਤੀ ਵਿੱਚ ਵੀ ਦਰਾੜ ਪਾ ਕੇ ਰੱਖ ਦਿੱਤੀ। ਦੀਦੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਤੇ ਬੋਲੀ ਕਿ ਦੀਦੀ ਪਲੀਜ਼ ਮੈਨੂੰ ਮਾफ़ ਕਰ ਦਿਓ, ਮੈਂ ਇੱਥੇ ਕੁੱਟ-ਕੁੱਟ ਕੇ ਮਰ ਜਾਵਾਂਗੀ। ਦੀਦੀ ਰਾਣੀ ਕਹਿੰਦੀ, ਕਿੱਦਾਂ ਠੀਕ ਆ? ਦੀਦੀ ਕਹਿਣ ਲੱਗੇ, ਹਾਂ ਉਹ ਤਾਂ ਠੀਕ ਆ, ਪਰ ਜੋ ਤੂੰ ਉਹਦੇ ਨਾਲ ਕੀਤਾ ਰੱਬ ਤੈਨੂੰ ਕਦੇ ਮਾफ़ ਨਹੀਂ ਕਰ ਸਕਦਾ। ਦੇਖ ਜੋਤੀ, ਰਾਣੀ ਵਿਚਾਰੀ ਮਾਸੂਮ ਸੀ, ਇਸ ਕਰਕੇ ਰੱਬ ਨੂੰ ਉਹਦੇ 'ਤੇ ਤਰਸ ਆ ਗਿਆ, ਉਹ ਬਚ ਗਈ। ਤੂੰ ਆਪਣੇ ਹਿੱਸੇ ਦੀ ਬਦਨਾਮੀ ਉਹ ਵਿਚਾਰੀ 'ਤੇ ਸੁੱਟਣਾ ਚਾਹੁੰਦੀ ਸੀ, ਪਰ ਰੱਬ ਦੀ ਕਿਰਪਾ ਵੀ ਬੇਅੰਤ ਹੁੰਦੀ ਆ। ਤੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਰੱਬ ਨੇ ਰਾਣੀ ਦੀ ਝੋਲੀ ਪਾ ਦਿੱਤੀਆਂ। ਦੀਦੀ ਦੀ ਗੱਲ ਸੁਣ ਕੇ ਮੈਂ ਫਿਰ ਉੱਚੀ-ਉੱਚੀ ਰੋਣ ਲੱਗ ਪਈ। ਦੀਦੀ, ਮੇਰੇ ਨਾਲ ਕੀ ਹੋਇਆ? ਮੇਰਾ ਵਿਆਹ ਤਾਂ ਰਾਹੁਲ ਨਾਲ ਹੋਣ ਵਾਲਾ ਸੀ। ਦੀਦੀ ਕਹਿਣ ਲੱਗੀ ਕਿ ਜੋਤੀ, ਜੇ ਤੂੰ ਆਪਣੇ ਕਾਰਨਾਮਿਆਂ ਬਾਰੇ ਸੁਣਨਾ ਚਾਹੁੰਦੀ ਆ ਤਾਂ ਸੁਣ। ਜਦੋਂ ਤੂੰ ਰਾਣੀ ਨੂੰ ਆਪਣੇ ਕੱਪੜੇ ਪਵਾ ਕੇ ਸਾਹਿਲ ਕੋਲ ਭੇਜਿਆ ਸੀ, ਉਹ ਘਰ ਦੇ ਪਿੱਛੇ ਖੜੀ ਉਹਦੀ ਵੇਟ ਕਰਦੀ ਪਈ ਸੀ। ਥੋੜ੍ਹੇ ਸਮੇਂ ਬਾਅਦ ਸਾਹਿਲ ਵੀ ਉੱਥੇ ਆ ਗਿਆ। ਰਾਣੀ ਨੇ ਆਪਣਾ ਮੂੰਹ ਚਾਦਰ ਨਾਲ ਲਪੇਟਿਆ ਹੋਇਆ ਸੀ। ਰਾਣੀ ਨੇ ਆਪਣਾ ਮੂੰਹ ਲੁਕਾਇਆ ਹੋਇਆ ਸੀ। ਇਸ ਕਰਕੇ ਪਹਿਲਾਂ ਤਾਂ ਉਹਨੇ ਰਾਣੀ ਨੂੰ ਜੋਤੀ ਹੀ ਸਮਝਿਆ।
ਫਿਰ ਬਾਅਦ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਉਹ ਜੋਤੀ ਨਹੀਂ ਰਾਣੀ ਆ। ਉਹ ਰਾਣੀ ਨਾਲ ਬਦਤਮੀਜ਼ੀ ਕਰਨ ਲੱਗਾ ਤੇ ਕਹਿਣ ਲੱਗਿਆ ਕਿ ਤੇਰੀ ਭੈਣ ਨੇ ਮੈਨੂੰ ਧੋਖਾ ਦਿੱਤਾ ਤੇ ਇਹਦੀ ਸਜ਼ਾ ਮੈਂ ਤੈਨੂੰ ਦਊਂਗਾ। ਉਹ ਰਾਣੀ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਰਾਣੀ ਆਪਣੇ ਆਪ ਨੂੰ ਬਚਾਉਣ ਲਈ ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਉਹਦੀਆਂ ਚੀਕਾਂ ਸੁਣ ਕੇ ਰਾਹੁਲ ਉੱਥੇ ਪਹੁੰਚ ਗਿਆ। ਰਾਹੁਲ ਨੇ ਰਾਣੀ ਨੂੰ ਬਚਾ ਲਿਆ। ਫਿਰ ਸਾਹਿਲ ਨੇ ਤੇਰੀ ਸੱਚਾਈ ਰਾਹੁਲ ਨੂੰ ਦੱਸ ਦਿੱਤੀ। ਉਹਦੇ ਕੋਲ ਤੇਰੀਆਂ ਕੁਝ ਫੋਟੋਆਂ ਵੀ ਸੀ। ਉਸ ਤੋਂ ਬਾਅਦ ਰਾਹੁਲ ਨੇ ਰਾਣੀ ਨੂੰ ਪੁੱਛਿਆ। ਰਾਣੀ ਨੇ ਫਿਰ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਮੈਂ ਦੀਦੀ ਦੇ ਕਹਿਣ 'ਤੇ ਇੱਥੇ ਆਈ ਸੀ। ਇੰਨਾ ਸਾਰਾ ਰੌਲਾ ਦੇਖ ਕੇ ਸਾਰੇ ਲੋਕ ਇਕੱਠੇ ਹੋ ਗਏ। ਰਾਹੁਲ ਨੇ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਕਿ ਉਹ ਜੋਤੀ ਨਾਲ ਨਹੀਂ ਵਿਆਹ ਕਰਾਏਗਾ। ਪਾਪਾ ਨੂੰ ਇਹ ਗੱਲ ਸੁਣ ਕੇ ਗਹਿਰਾ ਸਦਮਾ ਲੱਗਿਆ ਤੇ ਉਹ ਸੀਨੇ 'ਤੇ ਹੱਥ ਰੱਖ ਕੇ ਉੱਥੇ ਡਿੱਗ ਪਏ। ਪਰ ਰਾਹੁਲ ਬਹੁਤ ਚੰਗਾ ਮੁੰਡਾ ਸੀ। ਉਹਦੇ ਤੋਂ ਪਾਪਾ ਦੀ ਹਾਲਤ ਦੇਖੀ ਨਾ ਗਈ। ਉਹਨੇ ਪਾਪਾ ਨੂੰ ਸੰਭਾਲਿਆ ਤੇ ਕਿਹਾ, ਤੁਸੀਂ ਟੈਨਸ਼ਨ ਨਾ ਲਵੋ, ਮੈਂ ਤੁਹਾਡੀ ਕੁੜੀ ਨਾਲ ਵਿਆਹ ਜ਼ਰੂਰ ਕਰਵਾਵਾਂਗਾ, ਪਰ ਜੋਤੀ ਨਾਲ ਨਹੀਂ ਬਲਕਿ ਰਾਣੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਬਸ ਇਸ ਤਰ੍ਹਾਂ ਰਾਣੀ ਤੇ ਰਾਹੁਲ ਦਾ ਵਿਆਹ ਹੋ ਗਿਆ ਤੇ ਤੇਰਾ ਵਿਆਹ ਰਮਨ ਨਾਲ ਹੋ ਗਿਆ। ਰਮਨ ਦੀ ਭੈਣ ਨੇ ਖੁਦ ਅੱਗੇ ਆ ਕੇ ਤੇਰਾ ਹੱਥ ਮੰਗਿਆ ਸੀ। ਜੋਤੀ, ਹੁਣ ਮੈਂ ਤੈਨੂੰ ਸਾਰਾ ਕੁਝ ਸੱਚ ਦੱਸ ਦਿੱਤਾ। ਅੱਗੇ ਤੋਂ ਮੈਨੂੰ ਫੋਨ ਨਾ ਕਰੀ। ਤੇਰਾ ਮੇਰਾ ਰਿਸ਼ਤਾ ਹਮੇਸ਼ਾ ਲਈ ਖਤਮ ਹੋ ਗਿਆ, ਕਿਉਂਕਿ ਜੇ ਇਹ ਗੱਲ ਤੇਰੇ ਭਾਜੀ ਨੂੰ ਪਤਾ ਲੱਗ ਗਈ ਕਿ ਮੈਂ ਤੇਰੀ ਨਾਲ ਗੱਲ ਕਰਦੀ ਹਾਂ ਤਾਂ ਉਹ ਮੈਨੂੰ ਘਰੋਂ ਕੱਢ ਦੇਣਗੇ। ਇਸ ਕਰਕੇ ਤੂੰ ਮੈਨੂੰ ਦੁਬਾਰਾ ਫੋਨ ਨਾ ਕਰੀ। ਇਹ ਕਹਿ ਕੇ ਦੀਦੀ ਨੇ ਫੋਨ ਕੱਟ ਦਿੱਤਾ। ਮੈਂ ਉੱਚੀ-ਉੱਚੀ ਰੋਂਦੀ ਪਈ ਸੀ, ਪਰ ਕਿਸੇ ਨੂੰ ਵੀ ਮੇਰੇ 'ਤੇ ਤਰਸ ਨਹੀਂ ਆਇਆ ਤੇ ਮੈਂ ਰੋਂਦੀ-ਰੋਂਦੀ ਸੋਫੇ 'ਤੇ ਸੌਂ ਗਈ। ਜਦੋਂ ਸਵੇਰ ਹੋਈ ਮੈਨੂੰ ਐਦਾਂ ਲੱਗਦਾ ਪਿਆ ਸੀ ਜਿੱਦਾਂ ਕੋਈ ਮੈਨੂੰ ਉਠਾਉਂਦਾ ਪਿਆ। ਜਦੋਂ ਮੈਂ ਦੇਖਿਆ ਸਾਹਮਣੇ ਕੋਈ ਕੁੜੀ ਖੜੀ ਸੀ। ਉਹ ਮੈਨੂੰ ਕਹਿਣ ਲੱਗੀ, ਮੈਂ ਤੇਰੀ ਨਨਾਣ ਆ, ਮੈਂ ਹੀ ਆਪਣੇ ਛੋਟੇ ਭਰਾ ਦਾ ਵਿਆਹ ਤੇਰੇ ਨਾਲ ਕਰਵਾਇਆ। ਮੈਂ ਉਹਨੂੰ ਬਹੁਤ ਗੁੱਸੇ ਵਿੱਚ ਬੋਲਣ ਲੱਗੀ ਕਿ ਤੁਹਾਨੂੰ ਸ਼ਰਮ ਨਹੀਂ ਆਈ ਕਿ ਤੁਸੀਂ ਆਪਣੇ ਪਾਗਲ ਭਰਾ ਦਾ ਵਿਆਹ ਮੇਰੇ ਵਰਗੀ ਇੰਨੀ ਸੋਹਣੀ ਕੁੜੀ ਨਾਲ ਕਰਵਾ ਦਿੱਤਾ। ਮੇਰੀ ਗੱਲ ਸੁਣ ਕੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਸ਼ੁਕਰ ਕਰ ਕਿ ਮੈਂ ਆਪਣੇ ਭਰਾ ਦਾ ਵਿਆਹ ਤੇਰੇ ਨਾਲ ਕਰਵਾਇਆ, ਨਹੀਂ ਤਾਂ ਤੇਰੇ ਵਰਗੀ ਨੂੰ ਕੋਈ ਦੇਖਣਾ ਵੀ ਨਹੀਂ ਚਾਹੁੰਦਾ ਸੀ। ਜਿਹਨੂੰ ਤੂੰ ਪਾਗਲ ਕਹਿੰਦੀ ਪਈ ਆ, ਉਹਨੂੰ ਪਾਗਲ ਕਰਨ ਵਾਲੀ ਤੂੰ ਹੀ ਆ। ਇਹ ਉਹੀ ਰਮਨ ਆ ਜਿਹਨੂੰ 10ਵੀਂ ਕਲਾਸ ਵਿੱਚ ਪੈਸੇ ਦਾ ਕਰਕੇ ਛੱਡ ਕੇ ਚਲੀ ਗਈ ਸੀ। ਇਹ ਤੇਰੇ ਹੀ ਪਿਆਰ ਵਿੱਚ ਪਾਗਲ ਹੋਇਆ ਸੀ, ਪਰ ਤੂੰ ਤਾਂ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨਾਲ ਫਰੈਂਡਸ਼ਿਪ ਕੀਤੀ ਹੋਈ ਸੀ। ਇਸ ਕਰਕੇ ਸ਼ਾਇਦ ਮੇਰੇ ਭਰਾ ਰਮਨ ਨੂੰ ਭੁੱਲ ਗਈ, ਪਰ ਮੇਰਾ ਭਰਾ ਅੱਜ ਤੱਕ ਵੀ ਨਹੀਂ ਤੈਨੂੰ ਭੁੱਲ ਸਕਿਆ। ਉਹ ਤੇਰੇ ਪਿਆਰ 'ਚ ਪਾਗਲ ਹੋਇਆ। ਉਸ ਵੇਲੇ ਤੂੰ ਸਿਰਫ 10ਵੀਂ ਕਲਾਸ ਵਿੱਚ ਹੀ ਸੀ ਜਦੋਂ ਤੂੰ ਉਹਦੇ 'ਤੇ ਆਪਣੇ ਪਿਆਰ ਦਾ ਜਾਦੂ ਚਲਾ ਦਿੱਤਾ ਸੀ। ਤੇਰੇ ਲਈ ਸ਼ਾਇਦ ਇਹ ਕੋਈ ਖੇਡ ਸੀ ਜਾਂ ਸ਼ਾਇਦ ਪੈਸੇ ਕਮਾਉਣ ਦਾ ਜ਼ਰੀਆ, ਪਰ ਉਹ ਤੈਨੂੰ ਸੱਚਾ ਪਿਆਰ ਕਰ ਬੈਠਿਆ ਸੀ। ਜਦੋਂ ਤੂੰ ਉਹਨੂੰ ਛੱਡ ਕੇ ਚਲੀ ਗਈ ਉਹ ਪਾਗਲ ਹੋ ਗਿਆ। ਉਹ ਸਭ ਕੁਝ ਭੁੱਲ ਗਿਆ ਸੀ, ਪਰ ਤੇਰਾ ਨਾਮ ਹਜੇ ਤੱਕ ਵੀ ਨਹੀਂ ਭੁੱਲ ਸਕਿਆ। ਮੈਂ ਆਪਣੇ ਭਰਾ ਦਾ ਇਲਾਜ ਕਰਵਾਉਣ ਲਈ ਆਪਣੇ ਪਿੰਡ ਦੀ ਸਾਰੀ ਜ਼ਮੀਨ ਵੇਚ ਦਿੱਤੀ, ਪਰ ਕੋਈ ਵੀ ਡਾਕਟਰ ਮੇਰੇ ਭਰਾ ਨੂੰ ਠੀਕ ਨਹੀਂ ਕਰ ਸਕਿਆ। ਮੈਂ ਰਾਹੁਲ ਵੱਲੋਂ ਤੁਹਾਡੇ ਦੋਵਾਂ ਦੇ ਵਿਆਹ 'ਤੇ ਆਈ ਸੀ। ਜਦੋਂ ਤੈਨੂੰ ਰਾਹੁਲ ਨੇ ਵਿਆਹ ਲਈ ਨਾ ਕਰ ਦਿੱਤੀ ਤਾਂ ਮੈਨੂੰ ਹੋਪ ਮਿਲ ਗਈ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਜੇ ਮੈਂ ਤੇਰਾ ਵਿਆਹ ਆਪਣੇ ਭਰਾ ਨਾਲ ਕਰ ਦਿੱਤਾ ਤਾਂ ਸ਼ਾਇਦ ਮੇਰਾ ਭਰਾ ਠੀਕ ਹੋ ਜਾਵੇ, ਤੇ ਉਹ ਠੀਕ ਨਾ ਵੀ ਹੋਇਆ ਤਾਂ ਤੈਨੂੰ ਸਾਰੀ ਜ਼ਿੰਦਗੀ ਮੇਰੇ ਭਰਾ ਨਾਲ ਹੀ ਕੱਟਣੀ ਪੈਣੀ ਆ, ਕਿਉਂਕਿ ਤੇਰੇ ਕੀਤੇ ਦੀ ਸਜ਼ਾ ਇਹੀ ਆ। ਹੁਣ ਮੈਂ ਇਕੱਲੀ ਇੰਨੇ ਵੱਡੇ ਘਰ ਵਿੱਚ ਇੱਧਰ ਉੱਧਰ ਘੁੰਮਦੀ ਰਹਿੰਦੀ ਆ। ਰੱਬ ਨੇ ਮੈਨੂੰ ਪੈਸਾ ਤਾਂ ਦੇ ਦਿੱਤਾ, ਪਰ ਮੈਨੂੰ ਮੇਰੀ ਕਿਸਮਤ ਵਿੱਚ ਪਿਆਰ ਨਹੀਂ ਮਿਲਿਆ। ਨਾ ਹੀ ਮੈਨੂੰ ਆਪਣੇ ਹਸਬੈਂਡ ਦਾ ਪਿਆਰ ਮਿਲਿਆ ਤੇ ਨਾ ਹੀ ਮੈਨੂੰ ਆਪਣਿਆਂ ਦਾ। ਮੈਂ ਹੁਣ ਰੱਬ ਦੇ ਸਾਹਮਣੇ ਰੋ ਰੋ ਕੇ ਅਰਦਾਸ ਕਰਦੀ ਆ, ਰੱਬ ਮੈਨੂੰ ਮਾफ़ ਕਰ ਦੇਵੇ। ਮੈਂ ਅੱਜ ਤੱਕ ਪਤਾ ਨਹੀਂ ਕਿੰਨੇ ਮਾਸੂਮਾਂ ਦਾ ਦਿਲ ਤੋੜਿਆ। ਮੈਂ ਸੋਚਦੀ ਆ ਸ਼ਾਇਦ ਰੱਬ ਨੂੰ ਮੇਰੇ 'ਤੇ ਤਰਸ ਆ ਜਾਵੇ ਤੇ ਮੈਨੂੰ ਮੇਰੇ ਪਾਪਾਂ ਤੋਂ ਆਜ਼ਾਦ ਕਰ ਦੇਵੇ। ਮੈਂ ਹਰ ਰੋਜ਼ ਇਹੀ ਅਰਦਾਸ ਕਰਦੀ ਆ, ਰੱਬ ਮੇਰੇ ਰਮਨ ਨੂੰ ਜਲਦੀ ਨਾਲ ਠੀਕ ਕਰ ਦੇਵੇ। ਜਿਸ ਦਿਨ ਉਹ ਠੀਕ ਹੋ ਗਿਆ ਮੈਂ ਸਮਝ ਜਾਊਂਗੀ ਰੱਬ ਨੇ ਮੈਨੂੰ ਮਾफ़ ਕਰ ਦਿੱਤਾ, ਕਿਉਂਕਿ ਅੱਜ ਮੇਰੇ ਨਾਲ ਗਲਤ ਹੋਇਆ ਵਾ ਤਾਂ ਮੈਨੂੰ ਦੁੱਖ ਹੁੰਦਾ, ਪਰ ਮੈਂ ਬਹੁਤ ਸ਼ਰਮਿੰਦਾ ਕਿ ਮੈਂ ਕਿੰਨੇ ਜਣਿਆਂ ਦੀ ਜ਼ਿੰਦਗੀ ਬਰਬਾਦ ਕੀਤੀ। ਜੇ ਉਸ ਟਾਈਮ ਮੈਂ ਸਹੀ ਰਹਿੰਦੀ ਤਾਂ ਸ਼ਾਇਦ ਜੋ ਅੱਜ ਮੇਰੇ ਨਾਲ ਹੋਇਆ ਉਹ ਕਦੇ ਨਾ ਹੋਇਆ ਹੁੰਦਾ ਤੇ ਨਾ ਹੀ ਮੇਰਾ ਹਸਬੈਂਡ ਪਾਗਲ ਹੁੰਦਾ।
ਤੇ ਨਾ ਹੀ ਮੇਰੇ ਮੰਮੀ ਪਾਪਾ ਤੇ ਭੈਣਾਂ ਮੈਨੂੰ ਛੱਡਦੀਆਂ। ਮੇਰੇ ਕੀਤੇ ਦੀ ਸਜ਼ਾ ਮੈਨੂੰ ਮਿਲ ਗਈ। ਹੁਣ ਮੈਂ ਸੋਚ ਲਿਆ ਕਿ ਜੋ ਪਿਆਰ ਮੈਂ ਆਪਣੇ ਹਸਬੈਂਡ ਨੂੰ ਪਹਿਲਾਂ ਨਹੀਂ ਸੀ ਦਿੱਤਾ, ਹੁਣ ਮੈਂ ਆਪਣੇ ਹਸਬੈਂਡ ਨੂੰ ਹੱਦ ਤੋਂ ਵੀ ਵੱਧ ਪਿਆਰ ਕਰੂੰਗੀ। ਹਰ ਦੁੱਖ ਸੁੱਖ ਵਿੱਚ ਉਹਦੇ ਨਾਲ ਰਹੂੰਗੀ। ਮੈਂ ਹਰ ਰੋਜ਼ ਅਰਦਾਸ ਕਰਦੀ ਹਾਂ ਮੇਰਾ ਹਸਬੈਂਡ ਠੀਕ ਹੋ ਜਾਵੇ। ਇਹ ਸੀ ਅੱਜ ਦੀ ਕਹਾਣੀ। ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਜੇ ਪੰਜਾਬੀ ਆਵਾਜ਼ ਕਹਾਣੀ ਹੈ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਧੰਨਵਾਦ।